ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਤੁਹਾਡਾ ਕੋਈ ਵੀ ਸਵਾਲ ਹੈ, ਆਪਣੇ ਪ੍ਰੋਸੈਸ ਬਾਰੇ ਪੁੱਛਣਾ ਚਾਹੁੰਦੇ ਹੋ ਜਾਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ ਤੇ ਨਾਲ ਦੀ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜੋ ਨਵੀਂ ਅਪਡੇਟ ਆਈ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਹੁਣ ਕੁਝ ਮੁਲਕ ਅਜਿਹੇ ਨੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਜਿਹੜਾ ਵੀਜ਼ਾ ਔਨ ਅਰਾਈਵਲ ਹੋਏਗਾ ਉਹਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਇਸ ਵਿੱਚ ਭਾਰਤ ਸ਼ਾਮਿਲ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਆਇਲਟਸ ਲੈਂਗੁਏਜ ਦੇ ਬਾਰੇ ਵਿੱਚ। ਜੋ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ ਆਇਲਟਸ ਦੀ ਰਿਕੁਆਇਰਮੈਂਟ ਨੂੰ ਲੈ ਕੇ ਕੁਝ ਨਵੀਆਂ ਚੇਂਜਸ ਆਈਆਂ ਨੇ, ਸੋ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਹੋ, ਆਇਲਟਸ ਦੀ ਹੁਣ ਰਿਕੁਆਇਰਮੈਂਟ ਕੀ ਹੈਗੀ ਹੈ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਵਿੱਚ ਜੌਬਸ ਨੂੰ ਲੈ ਕੇ, ਤੇ ਨਾਲ ਦੀ ਨਾਲ ਅੱਜ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਹਦੇ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਉਹਨਾਂ ਨੇ ਕੁਝ ਅਨਾਉਂਸਮੈਂਟਸ ਕੀਤੀਆਂ ਨੇ। ਕੀ ਇਹ ਅਨਾਉਂਸਮੈਂਟਸ ਨੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਤਿ ਸ਼੍ਰੀ ਅਕਾਲ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਮਨੂ ਦੱਤਾ ਵੱਲੋਂ ਤੇ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਤਰਨ ਜੀ, ਕੀ ਹਾਲ ਚਾਲ ਸਰ? ਆਲ ਗੁੱਡ। ਸਭ ਤੋਂ ਪਹਿਲਾਂ ਤਾਂ ਖਬਰ ਸਾਂਝੀ ਕਰਦੇ ਹਾਂ ਕੁਝ ਕੰਟਰੀਜ਼ ਨੇ ਜਿਨ੍ਹਾਂ ਨੂੰ ਕਿ ਕੈਨੇਡਾ ਵਿੱਚ ਸਹੂਲਤ ਦਿੱਤੀ ਗਈ ਹੈ ਉਹਨਾਂ ਦੇ ਨਾਗਰਿਕਾਂ ਨੂੰ ਕੈਨੇਡਾ ਆਉਣ ਲਈ ਵਿਜ਼ਟਰ ਵੀਜ਼ਾ ਦੇ ਲਈ। ਥੋੜੀ ਜਿਹੀ ਇਹ ਖਬਰ ਥੋੜੀ ਜਿਹੀ ਸਾਂਝੀ ਕਰ ਦੋਗੇ। ਨਾਲ ਹੀ ਕਹਿੰਦੇ 에ਅਰਪੋਰਟ ਤੇ ਵੀ ਕਾਫੀ ਹੋਸ਼-ਪੋਸ਼ ਰਹੀ ਹੈ। ਬਿਲਕੁਲ ਤਰਨ ਜੀ, ਹੋਇਆ ਕੀ ਹੈਗਾ ਕਿ 13 ਨਵੀਂ ਕੰਟਰੀਜ਼ ਐਡ ਕੀਤੀਆਂ ਗਈਆਂ ਵੀਜ਼ਾ ਐਗਜ਼ੈਂਪਟ ਕੰਟਰੀਜ਼ ਦੀ ਲਿਸਟ ਦੇ ਵਿੱਚ। ਸੋ ਉਹਦੇ ਵਿੱਚ ਐਡ ਹੋਣ ਦੇ ਨਾਲ ਉਹ ਕੀ ਸੀਗਾ ਬੇਸਿਕਲੀ ਕਿ ਫਿਲੀਪੀਨਸ, ਖਾਸ ਕਰ ਥਾਈਲੈਂਡ, ਅਰਜਨਟੀਨਾ, ਮੋਰੋਕੋ, ਬਾਕੀ ਕੰਟਰੀਜ਼ ਹੈਗੀਆਂ ਜਿਹਦੇ ਵਿੱਚ ਹਾਈਲਾਈਟ ਕੀਤਾ ਗਿਆ ਕਿ ਜੇ ਤੁਸੀਂ ਇਹਨਾਂ ਦੇ ਰੈਜ਼ੀਡੈਂਟ ਹੈਗੇ ਹੋ ਤੇ ਤੁਸੀਂ ETA ਦੇ ਨਾਲ ਟਰੈਵਲ ਕਰ ਸਕਦੇ ਹੋ, ਤੁਹਾਨੂੰ ਵੀਜ਼ੇ ਦੀ ਲੋੜ ਨਹੀਂ, ਪ੍ਰੋਵਾਈਡਡ ਤੁਹਾਡੇ ਕੋਲ ਪੁਰਾਣਾ ਵੀਜ਼ਾ ਤੁਹਾਡੇ ਕੋਲ ਹੋਵੇ ਤੇ ਤੁਸੀਂ ETA ਅਪਲਾਈ ਕਰ ਸਕਦੇ ਹੈਗੇ ਹੋ। ਈਵਨ ਵੀਜ਼ਾ ਐਕਸਪਾਇਰ ਵੀ ਹੋ ਚੁੱਕਾ ਤਾਂ ਵੀ ਤੁਸੀਂ ETA ਲੈ ਕੇ ਟਰੈਵਲ ਕਰ ਸਕਦੇ ਹੈਗੇ ਹੋ। ਸੋ ਉਹਦੇ ਨਾਲ ਹੋਇਆ ਕਿ ਫਿਲੀਪੀਨਸ ਤੋਂ ਮੇਰੇ ਖਿਆਲ 26,000 ਤੋਂ ਜ਼ਿਆਦਾ ਐਪਲੀਕੇਸ਼ਨਸ ਉਸੇ ਦਿਨ ਸਿਸਟਮ ਦੇ ਵਿੱਚ ETA ਦੇ ਵਿੱਚ ਅਪਲਾਈ ਹੋ ਗਈਆਂ। ਇਹਦੀ ਬੜੀ ਛੋਟੀ ਜੀ ਫੀਸ, ਨੋਮੀਨਲ ਜੀ ਫੀਸ ਹੈ $7, ਬਟ ਉਹ 26,000 ਐਪਲੀਕੇਸ਼ਨ ਲੈਣ ਵਾਸਤੇ ਸਾਡਾ ਸਿਸਟਮ ਤਿਆਰ ਨਹੀਂ ਸੀਗਾ। ਸੋ ਉਹਦੇ ਕਰਕੇ ਹੋਇਆ ਕਿ ਉਹ ਸਿਸਟਮ ਕੋਲੈਪਸ ਕਰ ਗਿਆ। ਸੋ ਜਿਨ੍ਹਾਂ ਦੇ ETA ਇਸ਼ੂ ਵੀ ਹੋਏ ਸੀਗੇ, ਜਿਹਦਾ ਯੂਰਪ ਦੇ ਵਿੱਚ ਹੈਗੇ ਨੇ, ਆਸਟ੍ਰੇਲੀਅਨ ਨੈਸ਼ਨਲਸ ਹੈਗੇ ਨੇ, ਉਹ ਟਰੈਵਲ ਕਰਨ ਲੱਗੇ ਤਾਂ ETA ਉਹਨਾਂ ਨੂੰ ਨਾਮ ਹੀ ਪਿਕ ਨਾ ਕਰੇ 에ਅਰਪੋਰਟ ਦੇ ਉੱਤੇ। ਸੋ ਉਹਨਾਂ ਨੂੰ ਪ੍ਰੋਬਲਮ ਆਈ। ਸੋ 8, 9, 10 ਜੂਨ ਨੂੰ ਆ ਇਸ਼ੂਜ਼ ਆਏ ਹੈ, ਜਿਹਦੇ ਕਰਕੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਸੀਗੇ, ਜਿਨ੍ਹਾਂ ਦੇ ਟਰੈਵਲ ਅਰੇਂਜਮੈਂਟ ਬਣੇ ਹੋਏ ਸੀਗੇ, ਉਹ ਟਰੈਵਲ ਕੈਨੇਡਾ ਨਹੀਂ ਕਰ ਸਕੇ। ਸੋ ਉਹ ਲੋਕੀ ਕਲੇਮ ਕਰ ਰਹੇ ਨੇ ਹੁਣ ਸਾਨੂੰ ਕੰਪਨਸੇਟ ਕਰਤਾ ਜਾਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਹੈ 13 ਕੰਟਰੀਜ਼ ਨੇ, ਤਾਂ ਇਹ ਕਿਸੇ ਵੀ ਟਾਈਮ ਕੀ ਆ ਜਾ ਸਕਦੇ ਆ? ਇਹਨਾਂ ਨੂੰ ਕੀ ਨਵੀਆਂ ਚੇਂਜਸ ਆਈਆਂ ਨੇ? ਬਿਲਕੁਲ ਤਰਨ ਜੀ, ਹੁਣ ਉਹਨਾਂ ਨੂੰ ਵੀਜ਼ੇ ਲੈਣ ਦੀ ਲੋੜ ਨਹੀਂ ਹੈਗੀ। ਸੋ ਜਿਨ੍ਹਾਂ ਨੇ ਹਜੇ ਪਹਿਲੀ ਵਾਰੀ ਅਪਲਾਈ ਕਰਨਾ, ਕੀ ਉਹਨਾਂ ਲਈ ਵੀ ਇਹ ਚੀਜ਼ ਹੋਏਗੀ? ਔਰ ਪਹਿਲੀ ਵਾਰੀ ਜਿਹੜਾ ਨੇ ਅਪਲਾਈ ਕਰਨਾ ਹੈਗਾ ਉਹ ਉਹਨਾਂ ਨੂੰ ETA ਅਪਲਾਈ ਕਰ ਸਕਣਗੇ। ਬਟ ਹਾਲੇ ਜਿਨ੍ਹਾਂ ਦੇ ਹਾਲੇ ਪਹਿਲੇ ਐਪਲੀਕੇਸ਼ਨ ਉਹਨਾਂ ਦੀ ਲਿੱਤੀ ਜਾਣੀ, ਜਿਨ੍ਹਾਂ ਕੋਲ ਪਹਿਲੇ ਵੀਜ਼ਾ ਸੀਗਾ ਕੈਨੇਡਾ ਤੇ ਹੁਣ ਐਕਸਪਾਇਰ ਹੋ ਚੁੱਕਾ ਹੈ ਜੀ। ਇਹਦੇ ਨਾਲ ਹੀ ਥੋੜਾ ਜਿਹਾ ਆਇਲਟਸ ਨੂੰ ਲੈ ਕੇ ਵੀ ਥੋੜੀ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ, ਤੇ ITP ਦੇ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਨੂੰ SDS ਸਟਰੀਮ ਦੇ ਲਈ ਖਾਸ ਤੌਰ ਤੇ ਆਇਲਟਸ ਦੀ ਰਿਕੁਆਇਰਮੈਂਟ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਨੇ। ਬਿਲਕੁਲ ਤਰ੍ਹਾਂ ਜੀ, SDS ਸਟਰੀਮ ਸਟੂਡੈਂਟ ਡਾਇਰੈਕਟ ਸਟਰੀਮ ਬੇਸਿਕਲੀ ਉਹ ਸਟਰੀਮ ਹੈਗੀ ਜਿਹਦੇ ਵਿੱਚ ਐਪਲੀਕੇਸ਼ਨਸ ਤੁਹਾਡੀਆਂ ਬੜੀ ਫਾਸਟ ਪ੍ਰੋਸੈਸ ਹੁੰਦੀਆਂ ਹੈਗੀਆਂ, ਵੀਕਸ ਦੇ ਵਿੱਚ ਪ੍ਰੋਸੈਸ ਹੋ ਜਾਂਦੀਆਂ। ਸੋ 3 to 4 ਵੀਕਸ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋ ਜਾਂਦੀ ਹੈਗੀ ਹੈ। ਸੋ ਉਹਦੇ ਵਿੱਚ IDB ਨੇ ਬਿਆਨ ਦਿੱਤਾ ਹੈ ਕਿ 10th ਅਗਸਤ ਔਨਵਰਡਸ, ਜਿਸ ਤਰ੍ਹਾਂ ਅਸੀਂ ਹਾਲੇ ਤੱਕ ਕਹਿੰਦੇ ਸੀਗੇ ਕਿ SDS ਦੇ ਵਿੱਚ ਤੁਹਾਡੇ ਕੋਲ ਓਵਰਆਲ 6 ਸਕੋਰਸ ਹੋਣੇ ਚਾਹੀਦੇ ਨੇ, 6 ਈਚ ਹੋਣੇ ਚਾਹੀਦੇ ਨੇ, ਓਵਰਆਲ ਵੀ ਤੇ ਇੰਡੀਵਿਜੂਅਲੀ ਵੀ। ਸੋ ਉਹਨਾਂ ਨੇ ਬਿਆਨ ਦਿੱਤਾ ਕਿ 10th ਅਗਸਤ ਔਨਵਰਡ ਜਿਹੜੇ ਸਕੋਰਸ ਹੈਗੇ ਨੇ ਓਵਰਆਲ 6 ਚਾਹੀਦੇ ਨੇ, ਇੰਡੀਵਿਜੂਅਲੀ 6 ਹੋਣ ਜਾਂ ਘੱਟ ਹੋਣ, ਇਟ ਡਜ਼ ਨਾਟ ਮੈਟਰ। ਸੋ ਆਹ ਚੇਂਜਸ ਆਈਆਂ ਜੀ। ਐਂਡ ਇਹ IDP ਦੀ ਅਨਾਉਂਸਮੈਂਟ ਤੋਂ ਪਤਾ ਚੱਲ ਰਿਹਾ ਕਿ ਹੁਣ ਸਟੂਡੈਂਟਸ SDS ਦੇ ਵਿੱਚ ਵੀ ਐਪਲੀਕੇਸ਼ਨ ਲੱਗ ਸਕੇਗੀ ਬਿਨਾਂ 6 ਤੋਂ ਘੱਟ ਵੀ ਸਕੋਰ ਇੰਡੀਵਿਜੂਅਲ ਜਾਏਗਾ ਤਾਂ ਵੀ। ਸਰ ਇਹ ਦੋਵਾਂ 'ਚ ਲਾਗੂ ਹੋਏਗਾ, ਜਨਰਲ ਐਂਡ ਐਕੈਡੈਮਿਕ ਦੋਵਾਂ 'ਚ? ਓਕੇ। ਤੇ ਇਹਦੇ ਨਾਲ ਹੀ ਥੋੜਾ ਜਿਹਾ ਗੱਲ ਕਰਾਂਗੇ ਆਪਾਂ। ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਇਥੋਂ ਟੋਰਾਂਟੋ ਤੋਂ ਬੋਲਦਾ ਜੀ। ਹਾਂਜੀ ਜੀ। ਆਪਣਾ ਇਹ ਸਵਾਲ ਆ ਵੀ ਲੋਕਾਂ ਕੰਟਰੀਆਂ ਤੋਂ ਮੰਗਾਈ ਜਾਂਦੇ ਬੰਦੇ, ਪਰ ਰਹਿਣ ਉੱਤੇ ਜਗ੍ਹਾ ਹੈ ਨਾ, ਜੋਬਾਂ ਹੈਗੀਆਂ, ਇਹਦੇ ਤੇ ਮੁੱਦਾ ਠਾਓ ਨਾ।
ਆਪਾਂ ਠੀਕ ਹੈ ਜੀ, ਤੁਹਾਡੀ ਗੱਲ ਦਾ ਜਵਾਬ ਦਿੰਨੇ ਆਪਾਂ ਟੀਵੀ ਸਕਰੀਨ ਦੇ ਉੱਤੇ। ਤੁਸੀਂ ਸਾਨੂੰ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ 'ਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪਰ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਇਸ ਮਾਮਲੇ ਉੱਤੇ ਗੱਲਬਾਤ ਕਰੀਏ ਤੇ ਉਦੋਂ ਵੀ ਅਸੀਂ ਤੁਹਾਡੀ ਕਾਲ ਦਾ ਜ਼ਰੂਰ ਇੰਤਜ਼ਾਰ ਕਰਾਂਗੇ। ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਸਾਡੇ ਨਿਆਣੇ ਹੈਗੇ ਸਿਟੀਆਂ ਵਿੱਚ ਦੇ, ਉਹਨਾਂ ਨੂੰ ਜੋਬਾਂ ਨਹੀਂ ਮਿਲ ਰਹੀਆਂ, ਇਹ ਬਾਹਰੋਂ ਮੰਗਾਉਣ ਡਏ ਆ। ਮੇਰੇ ਡਾਕਟਰ ਆ ਪਾਈਆਂ 19 ਸਾਲ 20 ਸਾਲਾਂ ਦੀ, ਉਹ ਜੋਬ ਅਪਲਾਈ ਕਰਦੀ ਤਾਂ ਨਹੀਂ ਮਿਲਦਾ, ਜੋਬ ਕੰਮ ਨਹੀਂ ਮਿਲਦਾ। ਤੁਸੀਂ ਬਾਹਰੋਂ ਮੰਗਾ ਰਹੇ ਇੰਨੇ ਬੰਦੇ, ਤੇ ਕੀ ਇੱਥੇ ਕਰਨਾ ਕੀ ਅਸੀਂ ਫਿਰ ਆਣਗੇ, ਇੱਥੇ ਰਹਿ ਕੇ ਕੀ ਕਰਨਾ ਜੀ। ਤੇ ਤੁਸੀਂ ਸਰ ਨੈਕਸਟ ਟਾਈਮ ਜਦੋਂ ਵੋਟਸ ਪੈਣਗੀਆਂ ਉਦੋਂ ਇਸ ਮਾਮਲੇ ਨੂੰ ਜ਼ਰੂਰ ਧਿਆਨ ਦੇ ਵਿੱਚ ਵਿਚਾਰਿਓ। ਬਾਕੀ ਮੀਡੀਆ ਦੁਆਰਾ ਹੋਣ ਦੇ ਨਾਤੇ ਅਸੀਂ ਹਰ ਵਾਰ ਇਸ ਗੱਲ ਨੂੰ ਚੁੱਕਦੇ ਜ਼ਰੂਰ ਆ, ਗੱਲਬਾਤ ਕਰਦੇ ਆ, ਤੁਹਾਡੇ ਮੁੱਦੇ ਜ਼ਰੂਰ ਰੱਖਦੇ ਆ। ਤੁਸੀਂ ਇਸੇ ਬਾਰੇ ਚੁੱਕੋ ਨਾ, ਹਮਦਰਦ ਟੀਵੀ ਨੂੰ, ਮੈਨੂੰ ਪਤਾ, ਮੈਂ ਹਮਦਰਦ ਟੀਵੀ ਦਾ ਬਹੁਤ ਧੰਨਵਾਦ ਕਰਦਾ ਵੈਸੇ, ਪਰ ਤੁਸੀਂ ਇਸੇ ਮੁੱਦੇ ਤੇ ਚੁੱਕੋ ਵੀ ਜੋਬਾਂ ਦੇ ਇੱਥੇ ਨਿਆਣਿਆਂ ਨੂੰ ਨਹੀਂ ਮਿਲ ਰਹੀਆਂ ਤੇ ਇਹ ਮੰਗਾ ਰਹੇ ਇੰਡੀਆ ਤੋਂ। ਜੀ ਥੈਂਕ ਯੂ ਸੋ ਮਚ ਸਾਰੀਆਂ ਕੰਟਰੀਆਂ ਤੋਂ। ਜੀ ਥੈਂਕ ਯੂ ਸੋ ਮਚ। ਬਾਕੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਜੌਬਸ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਸਰ, ਕੀ ਕਹਿਣਾ ਚਾਹੋਗੇ? ਤਰਨ ਜੀ, ਇਸ ਟਾਈਮ ਜਿਹੜੀ ਅਨਐਮਪਲੋਇਮੈਂਟ ਰੇਟ ਹੈਗਾ ਉਹ 5.2 ਤੇ ਆ ਗਿਆ, ਵਿਚ ਇਜ਼ ਦੀ ਲੋਐਸਟ ਇਨ ਦਾ ਹਿਸਟਰੀ ਆਫ ਕੈਨੇਡਾ। ਐਂਡ ਕਦੀ ਵੀ 5.2 ਤੇ ਅਨਐਮਪਲੋਇਮੈਂਟ ਰੇਟ ਨਹੀਂ ਰਿਹਾ, ਹਮੇਸ਼ਾ ਉੱਪਰ ਸੀਗਾ। ਸੋ ਇਸ ਟਾਈਮ ਤੇ ਅਨਐਮਪਲੋਇਮੈਂਟ ਘੱਟ ਹੋਣ ਦੇ ਰੇਟ ਘੱਟ ਹੋਣ ਦੇ ਬਾਵਜੂਦ ਵੀ ਓਪਨਿੰਗਸ ਬਹੁਤ ਜ਼ਿਆਦਾ ਬਣੀਆਂ ਹੋਈਆਂ। ਐਂਡ ਐਸੇ ਕਰਕੇ ਜਿਹੜੀ ਲੇਟੈਸਟ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਜਿਹੜੀ ਲਿਸਟ ਜਾਰੀ ਕੀਤੀ, ਉਹਨਾਂ ਨੇ 5 ਕੈਟੇਗਰੀਜ਼ 5 ਸਟਰੀਮਸ ਨੂੰ ਹਾਈਲਾਈਟ ਕੀਤਾ ਹੈਗਾ। ਉਹਨਾਂ ਨੇ ਕਿਹਾ ਹੈ ਜੀ ਟਰਾਂਸਪੋਰਟੇਸ਼ਨ, ਐਗਰੀਕਲਚਰ ਸੈਕਟਰ, ਸਟੈਮ ਜਿਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ ਆ ਜਾਂਦੇ ਨੇ ਜੀ। ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਕਿ ਲੌਜਿਸਟਿਕਸ, ਟ੍ਰੇਡਸ ਤੇ ਹੈਲਥ ਕੇਅਰ। ਉਹਨਾਂ ਨੇ ਕਿਹਾ ਲੌਜਿਸਟਿਕਸ ਦੇ ਨਾਲ ਨਾਲ ਟ੍ਰੇਡਸ ਜਿਸ ਤਰ੍ਹਾਂ ਪਲੰਬਰਸ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਇਹਨਾਂ 5 ਸਟਰੀਮਸ ਦੇ ਵਿੱਚ ਹਲੇ ਵੀ ਬੇਤਹਾਸ਼ਾ ਸ਼ਾਰਟੇजेस ਹੈਗੀਆਂ। ਐਂਡ ਈਵਨ ਅਸੀਂ ਫੂਡ ਪ੍ਰੋਸੈਸਿੰਗ ਦੀ ਗੱਲ ਕਰ ਲਈਏ, ਫਾਰਮ ਲੇਬਰ ਦੀ ਗੱਲ ਕਰ ਲਈਏ, ਤੇ ਇਹਨਾਂ ਦੇ ਵਿੱਚ ਹਲੇ ਵੀ ਬਹੁਤ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ। ਹਲੇ ਵੀ ਕਿਹਾ ਜਾ ਰਿਹਾ ਕਿ 9 ਲੱਖ ਤੋਂ ਜ਼ਿਆਦਾ ਓਪਨਿੰਗਸ ਕਰੰਟਲੀ ਅਵੇਲੇਬਲ ਹੈਗੀਆਂ। ਜਿਵੇਂ ਤੁਸੀਂ ਗੱਲ ਕੀਤੀ, ਹੁਣ ਸਾਡੇ ਕਾਲਰ ਨੇ ਵੀ ਗੱਲ ਕੀਤੀ ਹੈ, ਇਮੀਗ੍ਰੇਸ਼ਨ ਸਰਕਾਰ ਕੋਈ ਸ਼ੌਂਕ ਨੂੰ ਨਹੀਂ ਕਰ ਰਹੀ, ਮਜਬੂਰੀ ਹੈ ਸਰਕਾਰ ਦੀ। ਸੋ ਇਮੀਗ੍ਰੇਸ਼ਨ, ਕਿਉਂਕਿ ਜੇ ਇਮੀਗ੍ਰੇਸ਼ਨ ਅਸੀਂ ਕਹਿ ਦਿੰਦੇ ਹਾਂ ਕਿ ਜੇ ਬੰਦ ਹੁੰਦੀ ਹੈ, ਚਾਹੇ ਇੰਡੀਆ ਚਾਹੇ ਦੁਨੀਆ ਦੇ ਕਿਸੇ ਹੋਰ ਮੁਲਕ ਤੋਂ ਕੈਨੇਡਾ ਤੇ ਇਮੀਗ੍ਰੈਂਟਸ ਆਉਣਾ ਬੰਦ ਹੁੰਦੇ ਆ, ਕੈਨੇਡਾ ਤੇ ਜਾਂ ਇਹਦੀ ਇਕਨੋਮੀ ਦੇ ਉੱਤੇ ਇਹਦਾ ਕੀ ਇੰਪੈਕਟ ਪੈ ਸਕਦਾ? ਮੈਂ ਸਭ ਤੋਂ ਪਹਿਲਾਂ ਭਾਈ ਸਾਹਿਬ ਨੂੰ ਇੱਕ ਚੀਜ਼ ਜ਼ਰੂਰ ਕਹੂੰਗਾ, ਅਸੀਂ ਸਾਰੇ ਇਮੀਗ੍ਰੈਂਟਸ ਹੈਗੇ ਹਾਂ। ਐਵਰੀਬਡੀ ਹੈਜ਼ ਦਾ ਰਾਈਟ ਟੂ ਅ ਬੈਟਰ ਲਾਈਵਲੀਹੁੱਡ ਜੇ ਉਹ ਕੈਨੇਡਾ ਆਉਂਦੇ ਨੇ। ਸੋ ਜੇ ਅਸੀਂ ਆ ਗਏ, ਆਪਾਂ ਆ ਫਾਇਦਾ ਲੈ ਲਿਆ, ਤੇ ਅਸੀਂ ਅਗਲਿਆਂ ਨੂੰ ਕਹੇ ਕਿ ਹੋਰ ਨਹੀਂ ਆਉਣੇ ਚਾਹੀਦੇ ਸਾਡੇ ਬਾਅਦ, ਤੇ ਉਹ ਜਸਟੀਫਾਈ ਨਹੀਂ ਹੁੰਦਾ, ਰਾਈਟ। ਐਂਡ ਜਦੋਂ ਵੀ ਅਸੀਂ ਇਮੀਗ੍ਰੇਸ਼ਨ ਮਿਨਿਸਟਰ ਜਾਂ IRCC ਜਾਂ ਗਵਰਨਮੈਂਟ ਕੋਈ ਡਿਸੀਜਨ ਲੈਂਦੇ ਨੇ, ਦੇਰ ਇਜ਼ ਅ ਲੋਟ ਆਫ ਸਟੱਡੀਜ਼ ਐਂਡ ਦੇਰ ਇਜ਼ ਅ ਲੋਟ ਆਫ ਹੋਮਵਰਕ ਦੈਟ ਗੋਜ਼ ਇਨ ਬਿਫੋਰ ਉਹ ਕੋਈ ਮੁੱਦੇ ਦੇ ਉੱਤੇ ਆ ਕੇ ਡਿਸੀਜਨ ਇੰਪਲੀਮੈਂਟ ਕਰਨ ਤੇ ਆਉਂਦੇ ਨੇ। ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਦੀ ਪੋਪੂਲੇਸ਼ਨ ਤਕਰੀਬਨ 39 ਮਿਲੀਅਨ ਹੈਗੀ ਹੈ ਤਰਨ ਜੀ। ਐਂਡ ਕਿਹਾ ਜਾ ਰਿਹਾ ਕਿ ਇਸ ਟਾਈਮ ਤੇ ਤਕਰੀਬਨ 25% ਪੋਪੂਲੇਸ਼ਨ ਕੈਨੇਡਾ ਦੀ ਬੇਬੀ ਬੂਮਰਸ ਦੀ ਹੋਣ ਵਾਲੀ ਹੈ। ਅਗਲੇ 10 ਸਾਲਾਂ ਦੇ ਵਿੱਚ 25% ਪੋਪੂਲੇਸ਼ਨ ਰਿਟਾਇਰ ਹੋਣ ਜਾ ਰਹੀ ਹੈ। ਸੋ ਜੇ 25% ਪੋਪੂਲੇਸ਼ਨ ਰਿਟਾਇਰ ਹੋਣ ਜਾ ਰਹੀ ਹੈ, ਮਤਲਬ ਕਿ 12 ਮਿਲੀਅਨ 13 ਮਿਲੀਅਨ ਸਾਡੇ ਕੈਨੇਡਾ ਦੇ ਰੈਜ਼ੀਡੈਂਟਸ ਰਿਟਾਇਰ ਹੋਣ ਜਾ ਰਹੇ ਨੇ। ਸੋ ਸਾਡੀ ਵਰਕਫੋਰਸ ਜਿਹੜੀ ਹੈਗੀ ਹੈ ਉਹ ਘਟ ਜਾਏਗੀ, ਰਿਟਾਇਰਮੈਂਟ ਪੋਪੂਲੇਸ਼ਨ ਵੱਧ ਜਾਏਗੀ। ਸੋ ਉਹਨੂੰ ਆਫਸੈਟ ਕਰਨਾ ਗਵਰਨਮੈਂਟ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਜਿਹੜੀਆਂ ਪਬਲਿਕ ਪਾਲਿਸੀਜ਼ ਹੈਗੀਆਂ, ਜਿਸ ਤਰ੍ਹਾਂ ਫ੍ਰੀ ਐਜੂਕੇਸ਼ਨ ਹੋ ਗਿਆ, ਹੈਲਥ ਕੇਅਰ ਹੋ ਗਿਆ, ਸਹੂਲਤਾਂ ਬਾਕੀ ਜਿਹੜੀਆਂ ਹੈਗੀਆਂ ਉਹ ਵੀ ਕੈਨੇਡੀਅਨ ਗਵਰਨਮੈਂਟ ਪ੍ਰੋਵਾਈਡ ਨਹੀਂ ਕਰ ਪਾਏਗੀ। ਸੋ ਉਹਨਾਂ ਨੂੰ ਇਸ ਵਾਸਤੇ ਦੇ ਹੈਵ ਟੂ ਐਬਸੋਲੂਟਲੀ, ਕਦੀ ਵੀ ਇਮੀਗ੍ਰੇਸ਼ਨ ਹੁੰਦੀ ਉਹਦੇ ਪ੍ਰੋਜ਼ ਵੀ ਹੁੰਦੇ ਨੇ, ਕੌਨਸ ਵੀ ਹੁੰਦੇ ਨੇ। ਕੌਨਸ ਸਭ ਤੋਂ ਵੱਡਾ ਇਹ ਹੈਗਾ ਜੀ ਕਿ ਇਸ ਟਾਈਮ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਨੇ ਜੌਬਸ ਨਹੀਂ ਹੈਗੀਆਂ, ਜੌਬਸ ਹੈਗੀਆਂ ਜੀ, ਬਟ ਓਨਲੀ ਥਿੰਗ ਇਜ਼ ਕਿ ਸਾਡੇ ਜਿਹੜੇ ਲੋਕਲ ਬੱਚੇ ਹੈਗੇ ਨੇ, ਕਈ ਵਾਰੀ ਜਿਹਨੇ ਸੈਕਟਰਸ ਦੇ ਵਿੱਚ ਮੈਂ ਗੱਲ ਕੀਤੀਆਂ, ਹੈਲਥ ਕੇਅਰ, ਫਾਰਮ ਲੇਬਰਸ, ਕੰਸਟਰਕਸ਼ਨ ਦੇ ਵਿੱਚ ਸਾਡੇ ਬੱਚੇ ਜਾ ਕੇ ਰਾਜੀ ਨਹੀਂ ਹੈਗੇ ਇਹਨਾਂ ਫੀਲਡਸ ਦੇ ਵਿੱਚ। ਸਾਡੇ ਬੱਚੇ ਵਾਈਟ ਕਾਲਰ ਵਾਲੇ ਪਾਸੇ, ਸਾਨੂੰ ਬੇਸਿਕਲੀ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ, ਦੇ ਸ਼ੁੱਡ ਗੋ ਇਨ ਫॉर ਐਂਟਰਪ੍ਰੀਨਿਓਰਸ਼ਿਪ। ਮਾਂ ਪਿਓ ਨੇ ਆ ਕੇ ਮਿਹਨਤਾਂ ਕਰ ਲੀਆਂ, ਔਖੇ ਟਾਈਮ ਦੇਖ ਲਿਆ, ਹੁਣ ਬੱਚਿਆਂ ਨੂੰ ਐਂਟਰਪ੍ਰੀਨਿਓਰਸ਼ਿਪ ਵਾਲੇ ਪਾਸੇ ਪਾਈਏ। ਬਿਕੋਜ਼ ਇਹ ਵੀ ਇੱਕ ਬੜਾ ਵੱਡਾ ਚੀਜ਼ ਆਉਣ ਵਾਲੀ ਹੈਗੀ ਤਰਨ ਜੀ, ਬਿਕੋਜ਼ ਜਿਸ ਤਰ੍ਹਾਂ ਹਾਊਸਿਸ ਦੀ ਪ੍ਰਾਈਸਿਸ ਚਲੀਆਂ ਗਈਆਂ ਹੈਗੀਆਂ, ਜੇ ਕੋਈ ਬੱਚਾ 1.5 ਲੱਖ 2 ਲੱਖ ਸੈਲਰੀ ਵੀ ਲੈਂਦਾ ਹੋਏਗਾ ਤਾਂ ਵੀ ਉਹਦੇ ਵਾਸਤੇ ਘਰ ਲੈਣਾ ਔਖਾ ਹੋ ਜਾਣਾ ਹੈਗਾ। ਐਂਡ
ਐਬਸੋਲੂਟਲੀ ਇਹਦੇ ਪ੍ਰੋਜ਼ ਕੌਨਸ ਦੋਨੋਂ ਹੈਗੇ ਨੇ, ਬਟ ਸਾਨੂੰ ਨਜ਼ਰ ਆਉਣਾ ਚਾਹੀਦਾ ਕਿ ਇਹਦਾ ਐਕਚੁਅਲ ਬੈਨੀਫਿਟ ਪ੍ਰੋਜ਼ ਜ਼ਿਆਦਾ ਨਜ਼ਰ ਆ ਰਹੇ ਨੇ। ਇੱਕ ਗਲਾਸ ਮੈਂ ਪਾਣੀ ਦਾ ਹਮੇਸ਼ਾ ਮੇਰਾ ਇੱਕ ਪੈਟ ਐਗਜ਼ਾਮਪਲ ਹੈਗਾ, ਅੱਧਾ ਗਲਾਸ ਹੈਗਾ ਖਾਲੀ ਤੇ ਅੱਧਾ ਹੈਗਾ ਭਰਿਆ ਹੋਇਆ। ਜੇ ਅਸੀਂ ਖਾਲੀ ਨੂੰ ਹੀ ਦੇਖਦੇ ਰਵਾਂਗੇ ਤੇ ਅਸੀਂ ਭਰੇ ਵਾਲੇ ਪਾਸੇ ਦੇਖਾਂਗੇ ਨਹੀਂ ਤੇ ਸਾਨੂੰ ਪਤਾ ਕਿਸ ਤਰ੍ਹਾਂ ਚੱਲੇਗਾ। ਸੋ ਆਹ ਦੇਖਣਾ ਚਾਹੀਦਾ ਕਿ ਜਿਹੜਾ ਚੀਜ਼ ਹੋ ਰਹੀ ਹੈ ਉਹਦਾ ਰੀਅਲ ਬੈਨੀਫਿਟ ਕੀ ਹੈਗਾ। ਉਹ ਸਾਰੇ ਬੈਨੀਫਿਟ ਲੈ ਰਹੇ ਨੇ। ਪਾਲਿਸੀਜ਼ ਜੇ ਅਸੀਂ ਰਿਟਾਇਰ ਹੋਣ ਜਾ ਰਹੇ ਹਾਂ, ਸਾਨੂੰ ਹੈਲਥ ਕੇਅਰ ਦੀ ਸਭ ਤੋਂ ਜ਼ਿਆਦਾ ਲੋੜ ਹੈਗੀ ਅਗਲੇ 10 ਸਾਲਾਂ ਬਾਅਦ। ਸੋ ਜੇ ਉਹੀ ਨਹੀਂ ਗਵਰਨਮੈਂਟ ਪ੍ਰੋਵਾਈਡ ਕਰ ਸਕੇਗੀ, ਫਿਰ ਅਸੀਂ ਕੈਨੇਡਾ ਵਿੱਚ ਤੁਸੀਂ ਉਹ ਚੀਜ਼ਾਂ ਬੇਸਿਕਲੀ ਦੇਖ ਕੇ ਤਾਂ ਤੁਸੀਂ ਆਏ ਹੈਗੇ ਹੋ। ਬਿਲਕੁਲ। ਤੇ ਸਰ ਜਿਵੇਂ ਗੱਲਬਾਤ ਕਰ ਰਹੇ ਸੀ ਜੌਬਸ ਦੇ ਬਾਰੇ ਵਿੱਚ, ਤੇ ਥੋੜਾ ਜਿਹਾ ਜਿਹੜੇ ਹੁਣ ਜਿਵੇਂ ਗੱਲ ਹੋ ਰਹੀ ਹੈ ਸਟੂਡੈਂਟਸ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਵਾ, ਤੇ ਇਹਦੇ ਵਿੱਚ ਅੱਜ ਹੀ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਸਿਰਫ ਅਤੇ ਸਿਰਫ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਗਈ ਆ। ਕੀ ਕੋਈ ਨਵਾਂ ਉੱਥੋਂ ਦੀ ਕੋਈ ਮੈਸੇਜ ਆਇਆ, ਸਟੂਡੈਂਟਸ ਨੂੰ ਕੋਈ ਰਿਲੀਫ ਮਿਲੀ ਆ, ਜਾਂ ਕੀ ਅਗਲਾ ਸਟੈਪ ਹੋਣ ਵਾਲਾ ਹੈ? ਬਿਲਕੁਲ ਤਰਨ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਅੱਜ ਸ਼ੌਨ ਫਰੇਜ਼ਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ। ਇਹਦਾ ਵੀ ਬੈਕਗਰਾਊਂਡ ਹੈਗਾ ਆ, ਰਾਈਟ। ਬੈਕਗਰਾਊਂਡ ਕੀ ਹੈਗਾ ਜੀ? ਅੱਜ ਤੋਂ 10-12 ਦਿਨ ਪਹਿਲਾਂ ਸਾਡੇ ਜੈ ਸ਼ੰਕਰ ਸਾਹਿਬ ਜਿਹੜੇ ਸਾਡੇ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਹੈਗੇ ਨੇ, ਉਹਨਾਂ ਨੇ ਕੈਮਰੂਨ ਮਕੇ ਜਿਹੜੇ ਇੰਡੀਅਨ ਕਾਉਂਸਲੇਟ ਕੈਨੇਡੀਅਨ ਕਾਉਂਸਲੇਟ ਇੰਡੀਆ ਦੇ ਵਿੱਚ ਬੇਸਡ ਹੈਗੇ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਜੇ ਆ ਬੱਚੇ ਜਿਹਨਾਂ ਦੇ ਮੁੱਦਾ ਚੱਲ ਰਿਹਾ ਹੈਗਾ, ਜੇ ਉਹਨਾਂ ਨਾਲ ਗਲਤ ਹੋਇਆ ਤੇ ਯੂ ਸ਼ੁੱਡ ਬੀ ਗਿਵਿੰਗ ਅ ਕੰਪੈਸ਼ਨੇਟ ਹਿਊਮਨਿਟੇਰੀਅਨ ਹੀਅਰਿੰਗ ਟੂ ਦਿਸ। ਜੇ ਉਹਨਾਂ ਨੇ ਬੱਚਿਆਂ ਨੇ ਜਾਣਬੁੱਝ ਕੇ ਗਲਤ ਕੀਤਾ ਹੈ ਤੇ ਤੁਸੀਂ ਉਹਦੇ ਤੇ ਐਕਸ਼ਨ ਲੈ ਸਕਦੇ ਹੋ। ਸੋ ਉਸ ਤੋਂ ਬਾਅਦ ਆ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ। ਉਸ ਤੋਂ ਬਾਅਦ ਪਹਿਲਾਂ ਤਾਂ ਸਟੈਂਡਿੰਗ ਕਮੇਟੀ ਦੇ ਵਿੱਚ ਉਹ ਪਾਸ ਵੀ ਨਹੀਂ ਹੋਣ ਦੇ ਰਹੇ ਸੀਗੇ। ਸੋ ਉਸ ਮੀਟਿੰਗ ਤੋਂ ਬਾਅਦ ਜਦੋਂ ਬਿਕੋਜ਼ ਇੱਕ ਚੀਜ਼ ਸਾਨੂੰ ਅੰਡਰਸਟੈਂਡ ਕਰਨਾ ਪਏਗਾ ਕਿ ਇੰਡੀਆ ਇਜ਼ ਵਨ ਆਫ ਅ ਵੈਰੀ ਸਟਰੋਂਗ ਕੰਟਰੀਜ਼ ਗਲੋਬਲੀ, ਐਂਡ 1.43 ਬਿਲੀਅਨ ਦੀ ਜਿਹੜੀ ਪੋਪੂਲੇਸ਼ਨ ਹੈਗੀ ਉਹ ਇੱਕ ਬੜਾ ਵੱਡਾ ਰਿਸੋਰਸ ਹੈਗਾ ਇੰਡੀਆ ਵਾਸਤੇ। ਬਿਕੋਜ਼ ਅਸੀਂ ਪੂਰੀ ਦੁਨੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਮੈਨ ਪਾਵਰ ਟੈਲੈਂਟ ਸਪਲਾਈ ਕਰ ਰਹੇ ਹਾਂ। ਸੋ ਪੋਪੂਲੇਸ਼ਨ ਇੱਕ ਪਾਸੇ ਨੈਗੇਟਿਵ ਵੀ ਹੈਗੀ, ਇਹਦੇ ਵੀ ਪ੍ਰੋਜ਼ ਐਂਡ ਕੌਨਸ ਹੈਗੇ ਨੇ। ਇੱਕ ਪਾਸੇ ਨੈਗੇਟਿਵ ਅਸੀਂ ਕਹਿੰਦੇ, ਬਟ ਦੂਜੇ ਪਾਸੇ ਉਹ ਐਸੈਟ ਵੀ ਬਣਿਆ ਹੋਇਆ ਇੰਡੀਆ ਵਾਸਤੇ। ਐਂਡ ਗਲੋਬਲੀ ਇਸ ਟਾਈਮ ਤੇ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਤੇ ਉਹਨਾਂ ਦੀ ਟੀਮ ਨੇ ਐਂਡ ਖਾਸ ਕਰ ਜੈ ਸ਼ੰਕਰ ਜੀ ਨੇ ਚੀਜ਼ਾਂ ਹੈਂਡਲ ਕੀਤੀਆਂ ਹੈਗੀਆਂ, ਦੇ ਹੈਵ ਬਿਕਮ ਉਹਨਾਂ ਨੇ ਆਪਣਾ ਲੋਹਾ ਮਨਵਾ ਚੁੱਕੇ ਹੈਗੇ ਨੇ। ਸੋ ਉਹਨਾਂ ਦੇ ਕਹਿਣ ਤੋਂ ਬਾਅਦ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਦੀ ਆਹ ਸਟੇਟਮੈਂਟ ਅੱਜ ਆਈ ਹੈਗੀ ਹੈ, ਐਂਡ ਉਸ ਤੋਂ ਬਾਅਦ ਹੀ ਸਾਡੇ ਮੈਂਬਰ ਪਾਰਲੀਮੈਂਟ ਜਾ ਕੇ ਉੱਥੇ ਮਿਲੇ ਹੈਗੇ ਨੇ ਐਂਡ ਬੱਚਿਆਂ ਨੂੰ। ਐਂਡ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ, ਉਹਨਾਂ ਨੇ ਕਿਹਾ ਕਿ ਜਿਹੜੇ ਬੱਚਾ ਨੋਇੰਗਲੀ ਆਇਆ ਹੀ ਵਿਲ ਹੈਵ ਟੂ ਫੇਸ ਦਾ ਕੌਨਸੀਕੁਐਂਸਿਸ। ਜਿਹੜੇ ਬੱਚੇ ਨਾਲ ਰੋਂਗ ਹੋਇਆ ਉਹਦੇ ਵਾਸਤੇ ਅਸੀਂ ਪੂਰਾ ਕੰਪੈਸ਼ਨੇਟ ਗਰਾਊਂਡ ਰੱਖਾਂਗੇ ਐਂਡ ਵੀ ਵਿਲ ਮੇਕ ਸ਼ੋਰ ਕਿ ਉਹ ਪੀਆਰ ਵਾਲੇ ਪਾਸੇ ਉਹਦਾ ਸਮੂਥਲੀ ਕੰਮ ਹੋ ਜਾਵੇ। ਸੋ ਦਿਸ ਇਜ਼ ਅ ਵੈਰੀ ਵੈਰੀ ਸਟਰੋਂਗ ਸਟੇਟਮੈਂਟ ਦੈਟ ਹੈਜ਼ ਕਮ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ, ਬਹੁਤ ਸਾਰੇ ਇਹ ਨਹੀਂ ਹੈ ਕਿ ਸਰ ਇਹ ਇਕੱਲਾ ਮਾਮਲਾ ਹੋਏਗਾ ਜਾਂ ਆਹ ਸਟੂਡੈਂਟਸ ਦਾ ਹੀ ਮਾਮਲਾ ਆ। ਅਜਿਹੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇਸ ਵਕਤ ਅਪਲਾਈ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕਰਨ ਜਾਣਾ ਆ, ਪਰ ਤੌਰ ਤਰੀਕਿਆਂ ਦਾ ਨਹੀਂ ਪਤਾ ਹੁੰਦਾ ਹੈਗਾ। ਸੋ ਜਿਵੇਂ ਇਹ ਸਟੂਡੈਂਟਸ ਫੇਸ ਕਰ ਰਹੇ ਨੇ, ਅੱਗੇ ਜਾ ਕੇ ਹੋਰ ਸਟੂਡੈਂਟਸ ਫੇਸ ਨਾ ਕਰਨ, ਜਾਂ ਇੱਥੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਸਾਵਧਾਨ ਹੋਣ ਦੀ ਲੋੜ ਹੈ। ਕੀ ਕਹਿਣਾ ਚਾਹੋਗੇ? ਤਰਨ, ਬੇਸਿਕਲੀ ਮੈਂ ਹਮੇਸ਼ਾ ਕਹਿਣਾ ਜੀ, ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਵਾਸਤੇ ਕਿਸੇ ਚੀਜ਼ ਨੂੰ ਡੀਲ ਕਰਨ ਜਾ ਰਹੇ ਹੋ ਤੇ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਨਾਲ ਡੀਲ ਕਰੋ, CCIC ਦੇ ਮੈਂਬਰਸ ਨਾਲ ਡੀਲ ਕਰੋ, ਬਿਕੋਜ਼ ਉਹ ਗਵਰਨਿੰਗ ਬਾਡੀ ਦੇ ਨੂੰ ਰਿਪੋਰਟ ਕਰਦੇ ਨੇ। ਸੋ ਜੇ ਹੋਸਟ ਕੰਸਲਟੈਂਟ ਨਾਲ ਡੀਲ ਕਰਦੇ ਹੋ, ਏਜੰਟਾਂ ਨਾਲ ਡੀਲ ਕਰਦੇ ਹੋ, ਤੇ ਉਹਨਾਂ ਨੂੰ ਤਾਂ ਕੋਈ ਵੀ ਗਵਰਨ ਨਹੀਂ ਕਰਦਾ। ਜਿਹੜਾ ਬੰਦਾ ਆਪਣੀ ਰਿਪਰੈਜ਼ੈਂਟੇਸ਼ਨ ਕਾਗਜ਼ਾਂ ਤੇ ਨਹੀਂ ਪਾ ਸਕਦਾ ਇਮੀਗ੍ਰੇਸ਼ਨ ਦੇ ਉੱਤੇ, ਉਹ ਤੋਂ ਡੀਲ ਨਾ ਕਰੋ। ਤੁਸੀਂ ਉਹਦੇ ਨਾਲ ਡੀਲ ਕਰੋ ਜਿਹੜਾ ਆਪਣੀ ਰਿਪਰੈਜ਼ੈਂਟੇਸ਼ਨ ਪਾ ਕੇ ਤੁਹਾਡਾ ਕੇਸ ਰਿਪਰੈਜ਼ੈਂਟ ਕਰ ਸਕਦਾ ਹੈਗਾ। ਬਿਕੋਜ਼ ਉਹਨੂੰ ਪਤਾ ਹੈ, ਉਹਨੂੰ ਡਰ ਹੈਗਾ ਮੇਰੀ ਬਾਡੀ, ਮੈਂ ਕੁਝ ਵੀ ਗਲਤ ਕਰੂੰਗਾ ਮੇਰੀ ਬਾਡੀ ਮੈਨੂੰ ਕੁਐਸਚਨ ਕਰੇਗੀ ਐਂਡ ਮੇਰਾ ਲਾਇਸੈਂਸ ਤੱਕ ਜਾ ਸਕਦਾ, ਮੇਰੀ ਲਾਈਵਲੀਹੁੱਡ ਤੱਕ ਜਾ ਸਕਦਾ। ਸੋ ਕੋਈ ਵੀ ਲਾਇਸੈਂਸਡ ਕੰਸਲਟੈਂਟ ਇਸ ਦੇ ਉੱਤੇ ਨਹੀਂ ਜਾਏਗਾ। ਸਰ ਜਿਵੇਂ ਆਪਾਂ ਪੰਜਾਬ ਗਵਰਨਮੈਂਟ ਦੇ ਉੱਤੇ ਇਸ ਚੀਜ਼ ਨੂੰ ਕਰ ਰਹੇ ਹਾਂ ਕਿ ਵੀ ਉੱਥੇ ਏਜੰਟਸ ਦੇ ਉੱਤੇ ਥੋੜਾ ਜਿਹਾ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਹਨਾਂ ਨੂੰ ਰੈਗੂਲੇਟ ਕੀਤਾ ਜਾਵੇ, ਇੱਥੇ ਵੀ ਤਾਂ ਕਾਲਜਸ ਉਹੀ ਚੀਜ਼ ਕਰ ਰਹੇ ਨੇ। ਕਾਲਜਸ ਅਨਆਥੋਰਾਈਜ਼ਡ ਉੱਥੇ ਏਜੰਟਸ ਨਾਲ ਡੀਲਸ ਕਰਕੇ ਤੇ ਇੱਥੇ ਆਪ ਸਟੂਡੈਂਟਸ ਨਾਲ ਇੱਕ ਤਰੀਕੇ ਨਾਲ ਬਿਜ਼ਨਸ ਹੀ ਬਣਾਇਆ ਹੋਇਆ। ਇੱਥੋਂ ਦੇ ਕਾਲਜਸ ਨੂੰ ਇਸ ਵਕਤ ਗਵਰਨ ਕਰਨ ਦੇ ਲਈ ਸਾਡੀ ਜਿਹੜੀ ਗਵਰਨਮੈਂਟ ਹੈਗੀ ਆ, ਓਨਟਾਰੀਓ ਦੀ ਜੇ ਆਪਾਂ ਗੱਲ ਕਰ ਲਈਏ, ਕੀ ਕੀਤਾ ਜਾ ਰਿਹਾ? ਬਸ ਓਨਟਾਰੀਓ ਦੀ ਗਵਰਨਮੈਂਟ ਦੇ ਵੱਲੋਂ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਗਈ। ਤਰਨ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਬੇਸਿਕਲੀ ਮੈਂਡੇਟਰੀ ਹੋ ਜਾਣਾ ਚਾਹੀਦਾ ਕਿ ਜਿੰਨੇ ਵੀ ਰਿਕਰੂਟਮੈਂਟਸ ਹੋਣਗੀਆਂ ਜਾਂ ਤੇ ਕਾਲਜਸ ਆਪ ਕਰਨਗੇ ਜਾਂ ਆਥੋਰਾਈਜ਼ਡ ਏਜੰਟਸ ਜਾਂ ਲਾਇਰਸ ਦੇ ਥਰੂ ਹੋਏਗੀ। ਗੱਲਬਾਤ ਕਰਾਂਗੇ ਇਹਦੇ ਬਾਰੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ ਜੀ, ਅਸੀਂ ਬਰੈਂਪਟਨ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਨਾ ਜਿਹੜਾ ਮੈਂ ਵਰਕ ਪਰਮਿਟ ਤੇ ਮੈਂ TRB ਲਵਾਈ ਸੀ, ਉਹ ਮੇਰੇ ਆਪਣੇ ਵਰਕਰ ਵਾਲੀ ਲਾ ਕੇ ਆ ਗਏ। ਮੈਨੂੰ ਹੁਣ ਚੇਂਜ ਤਾਂ ਨਹੀਂ ਕਰਨੀ ਪਊਗੀ ਜੀ? ਦੈਟਸ ਗੁੱਡ ਫॉर ਯੂ।
ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ? ਨਹੀਂ, ਜਿੰਨੇ ਵੀ ਐਪਲੀਕੇਸ਼ਨ ਤੁਹਾਡੀ ਲਗਾਈ ਸੀਗੀ ਵਰਕਰ ਦੀ ਲਗਾਈ ਸੀਗੀ, ਤੁਹਾਡਾ ਤੁਸੀਂ ਕਿਸ ਸਟਰੀਮ ਦੇ, ਤੁਸੀਂ ਆਏ ਕਿਸ ਤਰ੍ਹਾਂ ਸੀਗੇ ਜੀ? ਮੈਂ ਵਰਕ ਪਰਮਿਟ ਤੇ ਆਇਆ ਮੈਂ ਜੀ। ਓਕੇ, ਵਰਕ ਪਰਮਿਟ ਤੇ ਆਏ ਹੋ ਤੇ ਤੁਹਾਡੀ TRV ਮਤਲਬ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀਗਾ? ਨਹੀਂ ਜੀ, ਮੈਂ ਵੈਸੇ ਨਿਊ ਕਰਾਈ ਸੀ। ਮੇਰਾ ਵਰਕ ਪਰਮਿਟ ਜਿਹੜਾ 18 ਮੰਥ ਵੱਧ ਕੇ ਆਇਆ ਸੀ ਜੀ, ਉਹਦੇ ਬਾਅਦ ਉਹ ਦੁਬਾਰਾ ਲਵਾਈ ਸੀਗੀ ਨਿਊ। ਚਲੋ ਦੈਟ ਇਜ਼ ਗੁੱਡ ਜੀ, ਆਪਣਾ ਕੰਮ ਕਰੋ ਤੇ ਆਪਣੀ PR ਲਓ। ਓਪਨ ਵਰਕ ਪਰਮਿਟ ਮਿਲ ਗਿਆ ਤੁਹਾਨੂੰ ਕਿ ਬੌਂਡਡ ਹੈਗਾ? ਨਹੀਂ, ਮੈਂ ਜਿੱਦਾਂ ਮੈਂ ਇੰਡੀਆ ਤੋਂ ਹੀ ਮੈਨੂੰ 4 ਸਾਲ ਹੋ ਗਏ ਜਿੱਦਾਂ ਮੈਂ ਹੈਗਾ ਵਰਕ ਪਰਮਿਟ ਤੇ। ਜਿੱਦਾਂ ਵਰਕ ਪਰਮਿਟ ਮੇਰਾ ਲਾਸਟ ਈਅਰ ਮੁੱਕ ਗਿਆ ਸੀ, ਫਿਰ ਜਦੋਂ 18 ਮਹੀਨੇ ਦੀ ਐਕਸਟੈਂਸ਼ਨ ਮਿਲੀ ਉਹ ਹੋ ਗਿਆ, ਨਿਊ ਹੋ ਗਿਆ। ਉਹਦੇ ਬਾਅਦ TRV ਲਵਾਈ ਸੀ, ਉਹ ਬੇਸਟਰ ਲਾ ਕੇ ਆ ਗਏ ਜੀ। ਤੁਸੀਂ ਇੱਕ ਵਾਰੀ ਆਪਣੀ ਸਾਰੀ ਡਿਟੇਲਸ ਲੈ ਕੇ ਮੈਨੂੰ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਤੇ ਮੈਂ ਤੁਹਾਡਾ ਕੇਸ ਡਿਸਕਸ ਕਰ ਸਕਦਾ ਸਰ ਜੀ। ਥੈਂਕ ਯੂ ਸੋ ਮਚ ਜੀ। ਸ਼ਾਇਦ ਤੁਹਾਡੀ ਜ਼ਿਆਦਾ ਡਿਟੇਲਸ ਦੀ ਜ਼ਰੂਰਤ ਪਏਗੀ, ਤੁਸੀਂ TV ਸਕਰੀਨ ਤੇ ਨੰਬਰ ਆ ਰਹੇ ਨੇ, ਪ੍ਰੋਗਰਾਮ ਤੋਂ ਬਾਅਦ ਤੁਸੀਂ ਕੰਟੈਕਟ ਕਰ ਸਕਦੇ ਹੋ। ਸਟੂਡੈਂਟਸ ਲਈ ਥੋੜਾ ਜਿਹਾ ਆਪਾਂ ਓਪਰਚੁਨਿਟੀਜ਼ ਦੀ ਵੀ ਗੱਲ ਜ਼ਰੂਰ ਕਰਾਂਗੇ। ਆਪਾਂ ਸਰਕਾਰ ਦੀ ਗੱਲ ਕਰ ਰਹੇ ਹਾਂ, ਹਰ ਚੀਜ਼ ਦੀ ਗੱਲ ਕਰ ਰਹੇ ਹਾਂ। 486 ਇਸ ਵਾਰੀ ਡਰਾ ਗਿਆ, ਹਾਲਾਂਕਿ 2 ਪੁਆਇੰਟਸ ਪਿਛਲੀ ਵਾਰ ਨਾਲੋਂ ਘੱਟ ਆ, ਬਟ ਸਟਿਲ ਇਹ ਬਹੁਤ ਵੱਡਾ ਡਰਾ ਹੈਗਾ ਜਿਹਦੇ ਅਚੀਵੇਬਲ ਤੱਕ ਬਹੁਤ ਮੁਸ਼ਕਿਲ ਹੋ ਰਿਹਾ, ਸਪੈਸ਼ਲੀ ਜਿਹੜੇ +2 ਜਾਂ ਗ੍ਰੈਜੂਏਸ਼ਨ ਕਰਕੇ ਆ ਰਹੇ ਨੇ। ਬਿਲਕੁਲ ਠੀਕ ਕਹਿ ਰਹੇ ਹੋ ਤਰਨ ਜੀ। ਜਿਹੜਾ ਬੱਚਾ ਗ੍ਰੇਡ 12 ਕਰਕੇ ਆਇਆ ਹੋਇਆ, ਜੇ ਉਹਨੇ 2 ਸਾਲ ਪੜ੍ਹਾਈ ਕਰ ਲਈ ਕੈਨੇਡਾ ਦੇ ਵਿੱਚ, 1 ਸਾਲ ਸੁਪਰਵਾਈਜ਼ਰ ਦੀ ਜੌਬ ਵੀ ਕਰ ਲਈ ਜਾਂ ਟੈਕਨੀਕਲ ਜੌਬ ਵੀ ਕਰ ਲਈ, ਜੇ ਉਹਦੇ ਬੈਂਡਸ ਹੈਗੇ ਨੇ 6 ਜਾਂ 6.5, ਉਹਦੇ ਪੁਆਇੰਟਸ ਬਣਨਗੇ 367 ਤੋਂ ਲੈ ਕੇ 387 ਦੇ ਵਿੱਚ, 367 ਤੋਂ 387 ਦੇ ਵਿੱਚ। ਸਕੋਰ ਕਿੰਨਾ ਚੱਲ ਰਿਹਾ? 486। ਸੋ ਫਰਕ ਘੱਟੋ ਘੱਟ 100 ਪੁਆਇੰਟਸ ਦਾ, 120 ਪੁਆਇੰਟਸ ਦਾ ਫਰਕ ਨਜ਼ਰ ਆ ਰਿਹਾ। ਹੁਣ ਜੇ ਉਹ ਬੱਚਾ 8777 ਲੈ ਲੈਂਦਾ ਤਰਨ ਜੀ, 8777 ਲੈਣਾ ਆਸਾਨ ਨਹੀਂ ਹੈਗਾ। ਜੇ 8777 ਲੈ ਲੈਂਦਾ ਤਾਂ ਉਹ 425 ਤੇ ਪੁਆਇੰਟ ਤੇ ਪਹੁੰਚੇਗਾ। ਉਸ ਤੋਂ ਬਾਅਦ ਵੀ ਉਹਨੂੰ ਜਾਂ ਜੌਬ ਆਫਰ ਦੀ ਲੋੜ ਹੈਗੀ ਹੈ ਜਾਂ ਫਿਰ ਉਹਨੂੰ ਲੋੜ ਹੈਗੀ ਹੈ PNPs ਦੀ। ਮੈਂ ਜਿੰਨੇ ਵੀ ਬੱਚੇ ਗ੍ਰੇਡ 12 ਕਰਕੇ ਆਏ ਨੇ, ਮੈਂ ਸਾਰੇ ਬੱਚਿਆਂ ਨੂੰ ਕਹਿਣਾ ਕਿ ਬਾਈ ਤੁਸੀਂ ਇੰਡੀਆ ਤੋਂ ਚੱਲ ਕੇ, ਪੰਜਾਬ ਤੋਂ ਚੱਲ ਕੇ, ਹਰਿਆਣੇ ਤੋਂ ਚੱਲ ਕੇ, ਗੁਜਰਾਤ ਤੋਂ ਚੱਲ ਕੇ ਜਾਂ ਪਾਕਿਸਤਾਨ ਤੋਂ ਚੱਲ ਕੇ ਕੈਨੇਡਾ ਆ ਗਏ। ਇੱਥੇ ਆ ਕੇ ਤੁਸੀਂ ਇਸ ਪ੍ਰੋਵਿੰਸ ਨੂੰ, ਇਸ ਬਰੈਂਪਟਨ ਨੂੰ ਹੀ ਆਪਣਾ ਘਰ ਬਣਾ ਲਿਆ, GTA ਨੂੰ ਹੀ ਘਰ ਬਣਾ ਲਿਆ, ਜਿਹੜੇ ਵੈਂਕੂਵਰ ਵਾਲੇ ਨੇਗੇ ਸਰੀ ਨੂੰ ਹੀ ਘਰ ਬਣਾ ਲਿਆ। ਤੁਸੀਂ ਆ ਸੋਚੋ ਕਿ ਤੁਸੀਂ ਵੀ ਮਿਹਨਤਾਂ ਕੀਤੀਆਂ, ਤੁਹਾਡੇ ਮੇਰੇ ਪੇਰੈਂਟਸ ਨੇ ਤੁਹਾਡੇ ਤੋਂ ਜ਼ਿਆਦਾ ਮਿਹਨਤਾਂ ਕੀਤੀਆਂ, ਬਿਕੋਜ਼ ਉਹਨੇ ਪੈਸਾ ਵੀ ਲਗਾਇਆ, ਆਪਣੇ ਦਿਲ ਦੇ ਟੁਕੜੇ ਨੂੰ ਵੀ ਬਾਹਰ ਭੇਜਿਆ ਹੈਗਾ ਤੇ ਔਖੇ ਵੀ ਹੋਏ ਨੇ। ਤੇ ਉਹ ਤੁਸੀਂ ਉਹ ਸੁਪਨੇ ਦੇ ਉੱਤੇ ਫੋਕਸ ਕਰੋ ਕਿ ਮੈਂ PR ਕਿਸ ਤਰ੍ਹਾਂ ਹੋਣਾ ਆ, ਰਾਦਰ ਦੈਨ ਕਿ ਮੈਂ GTA ਤੋਂ ਬਾਹਰ ਨਹੀਂ ਜਾਣਾ। ਐਂਡ ਆਪਣਾ ਮਾਈਂਡਸੈਟ ਥੋੜਾ ਖੋਲੋ, ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ, ਆਪਣੇ ਖਾਸ ਰਿਸ਼ਤੇਦਾਰਾਂ ਦੇ ਘਰੋਂ ਬਾਹਰ ਨਿਕਲੋ, ਬਿਕੋਜ਼ ਤੁਹਾਡੇ ਰਿਸ਼ਤੇਦਾਰ ਤੇ PR ਹੈਗੇ ਨੇ। ਸੋ ਜੇ ਉਹ PR ਹੈਗੇ ਨੇ, ਜੇ ਉਹ ਘਰ 'ਚ ਬੈਠੇ ਰਹੇ ਤਾਂ ਤੁਸੀਂ PR ਨਹੀਂ ਬਣਨਾ। ਸੋ ਜੇ ਗ੍ਰੇਡ 12 ਕਰਕੇ ਆਇਓ, ਮੂਵ ਆਊਟ ਆਫ GTA। ਐਂਡ ਜੇ ਓਨਟਾਰੀਓ ਦੇ ਵਿੱਚ ਵੀ ਰਹਿਣਾ ਤੇ ਗੋ ਟੂ ਨਿਕਲ ਬੈਲਟ, ਥੰਡਰ ਬੇ ਜਾਓ, ਸੂਸੇ ਮੈਰੀ ਜਾਓ, ਸਡਬਰੀ ਜਾਓ, ਥੰਡਰ ਬੇ ਜਾਓ, ਟਿਮਿੰਸ ਜਾਓ, ਤੇ ਉੱਥੇ RNIP ਦੀਆਂ ਓਪਨਿੰਗਸ ਹੈਗੀਆਂ, ਉਹਦਾ ਫਾਇਦਾ ਲਓ। ਅਲਬਰਟਾ ਦੇ ਵਿੱਚ ਜਾ ਕੇ ਤੁਸੀਂ ਰੂਰਲ ਸਟਰੀਮ ਦਾ ਫਾਇਦਾ ਲੈ ਸਕਦੇ ਹੋ, ਨਹੀਂ ਤੇ ਸੈਸਕੈਚੁਆਨ ਦੇ ਵਿੱਚ ਜਾਓ, ਅਟਲਾਂਟਿਕਸ ਦੇ ਵਿੱਚ ਜਾਓ, ਉੱਥੇ ਤੁਹਾਡੀ PR ਆਰਾਮ ਨਾਲ ਹੋ ਜਾਵੇ। ਐਂਡ ਹੋ ਸਕਦਾ ਉੱਥੇ ਤੁਹਾਡੀ ਲਾਈਵਲੀਹੁੱਡ, ਤੁਹਾਡੇ ਬਿਜ਼ਨਸ ਉੱਥੇ ਬੈਟਰ ਚੱਲ ਪਵੇ, ਉੱਥੇ ਜਾ ਕੇ ਕੋਈ ਓਪਰਚੁਨਿਟੀ ਇਹੋ ਜਿਹੀ ਮਿਲ ਜਾਵੇ ਕਿ ਜਿਹੜੀ ਤੁਹਾਡੇ ਵਾਸਤੇ ਬੈਸਟ ਓਪਰਚੁਨਿਟੀ ਹੋਵੇ। ਸੋ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ, ਬਾਹਰ ਜਾ ਕੇ ਦੇਖੋ। ਐਂਡ ਗ੍ਰੇਡ 12 ਵਾਲੇ ਬੱਚੇ 18 ਮਹੀਨਿਆਂ ਦੀ ਜਿਨ੍ਹਾਂ ਨੂੰ ਐਕਸਟੈਂਸ਼ਨ ਇੱਕ ਵਾਰੀ ਮਿਲ ਚੁੱਕੀ ਹੈਗੀ ਹੈ, ਇਹ 2 ਵਾਰ ਦੂਜੀ ਵਾਰੀ ਮਿਲੀ ਹੈਗੀ ਹੈ, ਆ ਤੀਸਰੀ ਵਾਰੀ ਹੋ ਸਕਦਾ ਤੁਹਾਨੂੰ ਚਾਂਸ ਵੀ ਨਾ ਮਿਲੇ। ਸੋ ਆ ਚਾਂਸ ਮਿਸ ਨਾ ਕਰੋ। 18 ਮਹੀਨਿਆਂ ਦੀ ਜਿਹੜੀ ਐਕਸਟੈਂਸ਼ਨ ਮਿਲੀ ਹੈ, ਇਹਦੇ ਵਿੱਚ ਹੀ ਤੁਸੀਂ ਕੁਆਲੀਫਾਈ ਹੋਣਾ ਆ। ਉੱਥੇ ਨੋਵਾ ਸਕੋਸ਼ੀਆ ਦੇ ਵਿੱਚ ਕੋਈ ਓਪਨਿੰਗਸ ਇਹੋ ਜਿਹੀਆਂ ਕਿ ਤੁਸੀਂ 3 ਮਹੀਨੇ ਬਾਅਦ, 6 ਮਹੀਨੇ ਬਾਅਦ ਕੁਆਲੀਫਾਈ ਕਰ ਸਕਦੇ ਹੋ, ਕਿਸੇ ਵਿੱਚ ਸਾਲ ਕੰਮ ਕਰਨਾ ਪੈਂਦਾ। ਸੋ ਆਪਣਾ ਟਾਈਮ ਹੁਣ ਖਰਾਬ ਨਾ ਕਰੋ, ਮੂਵ ਆਊਟ ਨਾਓ। ਜੇ ਤੁਹਾਨੂੰ ਹੈਲਪ ਚਾਹੀਦੀ ਹੈ ਤੇ ICC ਇਮੀਗ੍ਰੇਸ਼ਨ ਟੀਮ ਨਾਲ ਹੈਲਪ ਕੰਟੈਕਟ ਕਰ ਸਕਦੇ ਹੋ। ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਹੈਲਪ ਯੂ। ਇਹਦੇ ਨਾਲ ਤਰਨ ਜੀ ਸਾਡੇ ਕੋਲ ਕੁਝ ਓਪਨਿੰਗਸ ਮੌਜੂਦ ਹੈਗੀਆਂ, ਖਾਸ ਕਰ ਉਹਨਾਂ ਦੋਸਤਾਂ ਵਾਸਤੇ ਜਿਹੜੇ ਇੰਡੀਆ ਤੋਂ ਬੈਠੇ ਹੋਏ ਨੇ, ਮਿਡਲ ਈਸਟ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਦੇ ਕੋਲ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ITI ਕੀਤੀ ਹੋਵੇ, ਡਿਪਲੋਮਾ ਕੀਤਾ ਹੋਵੇ, ਵੈਲਡਿੰਗ ਦਾ 4-5 ਸਾਲ ਦਾ ਐਕਸਪੀਰੀਅੰਸ ਹੋਵੇ, 5 ਬੈਂਡ ਤੁਸੀਂ ਆਈਲੈਟ ਦੇ ਵਿੱਚ ਮਿਨੀਮਮ ਲੈ ਸਕਦੇ ਹੋ, ਤੇ AIP ਅਪਰੂਵਡ EMPLOYER ਹੈਗਾ। ਤੁਸੀਂ ਵਿਦ ਫੈਮਿਲੀ ਉਹਦੇ ਤੇ ਲੈਂਡ ਕਰੋਗੇ ਵਰਕ ਪਰਮਿਟ ਦੇ ਉੱਤੇ, ਐਂਡ ਤੁਹਾਡੀ 3 ਤੋਂ 6 ਮਹੀਨੇ ਦੇ ਅੰਦਰ ਅੰਦਰ PR ਪ੍ਰੋਸੈਸ ਹੋ ਜਾਏਗੀ। ਇਸੇ ਤਰ੍ਹਾਂ ਸਾਡੇ ਕੋਲ ਓਪਨਿੰਗਸ ਹੈਗੀਆਂ ਮਕੈਨੀਕਲਸ ਦੀਆਂ, ਜਿਨ੍ਹਾਂ ਦੇ ਕੋਲ ਮਕੈਨੀਕਲ ਦੇ ਡਿਪਲੋਮੇ ਕੀਤੇ ਹੋਏ ਨੇ, ਮਕੈਨੀਕਲ ਇੰਜੀਨੀਅਰਿੰਗ ਕੀਤੀਆਂ ਹੋਈਆਂ, ਜਿਨ੍ਹਾਂ ਦੇ ਕੋਲ ਮਿਲ ਰਾਈਟ ਦਾ ਐਕਸਪੀਰੀਅੰਸ ਹੈਗਾ, CNC ਦਾ ਐਕਸਪੀਰੀਅੰਸ ਹੈਗਾ, ਪ੍ਰੋਗਰਾਮਿੰਗ ਦਾ ਐਕਸਪੀਰੀਅੰਸ ਹੈਗਾ, ਮੋਟਰ ਰੀਵੈਂਡਿੰਗ ਦਾ ਐਕਸਪੀਰੀਅੰਸ ਹੈਗਾ, ਉਹਨਾਂ ਵਾਸਤੇ ਵੀ AIP ਅਪਰੂਵਡ EMPLOYMENTS ਹੈਗੀਆਂ। ਉਸ ਤੋਂ ਬਾਅਦ ਹੈਵੀ ਇਕੁਇਪਮੈਂਟ ਮਕੈਨਿਕਸ ਦੇ ਵਿੱਚ ਸਾਡੇ ਕੋਲ ਓਪਨਿੰਗਸ ਹੈਗੀਆਂ, ਡੀਜ਼ਲ ਮਕੈਨਿਕਸ ਦੀਆਂ ਸਾਡੇ ਕੋਲ ਓਪਨਿੰਗਸ ਹੈਗੀਆਂ। ਐਂਡ ਆ ਸਾਰੀਆਂ ਜੌਬਸ ਜਿਹੜੀਆਂ ਕਿ $27 ਤੋਂ ਸ਼ੁਰੂ ਹੋ ਰਹੀਆਂ ਹੈਗੀਆਂ। ਸੋ
ਤੁਹਾਡੀ ਪੀਆਰ ਵੀ ਹੋ ਰਹੀ ਹੈ ਐਂਡ ਅੱਛੀ ਜੌਬਸ ਵੀ ਮਿਲ ਰਹੀਆਂ ਹੈਗੀਆਂ। ਸੋ ਇਹਨਾਂ ਜੌਬਸ ਦਾ ਜੇ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਐਂਡ ਅੱਜ ਦੀ ਤਰੀਕ ਦੇ ਵਿੱਚ ਤਰਨਜੀਤ ਟਰੱਕਿੰਗ ਜਿਹੜੀ ਇੱਕ ਇੰਡਸਟਰੀ ਹੈਗੀ ਹੈ, ਤੁਸੀਂ ਸ਼ੇਅਰ ਕਰ ਰਹੇ ਸੀਗੇ ਟਰੱਕਿੰਗ ਦਾ। ਮੈਂ ਕੋਈ ਕਹਿ ਰਹੀ ਸੀ ਕਿ ਸਸਕੈਚੁਅਨ ਦੇ ਵਿੱਚ ਕਿਹਾ ਜਾ ਰਿਹਾ ਕਿ ਟਰੱਕਿੰਗ ਨੂੰ ਲੈ ਕੇ ਸਭ ਤੋਂ ਜ਼ਿਆਦਾ ਜੌਬਸ ਓਪਰਚੁਨਿਟੀਜ਼ ਹੈਗੀਆਂ ਨੇ, ਸਭ ਤੋਂ ਜ਼ਿਆਦਾ ਮਤਲਬ ਉੱਥੇ ਓਪਰਚੁਨਿਟੀਜ਼ ਨੇ। ਪਰ ਦੂਜੇ ਪਾਸੇ ਟਰੱਕ ਡਰਾਈਵਰਸ ਇਹ ਵੀ ਕਹਿ ਰਹੇ ਨੇ ਕਿ ਅਜੇ ਸਾਨੂੰ ਥੋੜਾ ਅਜੇ ਨਾਰਮਲ ਪ੍ਰੋਵਿੰਸਸ ਦੀ ਗੱਲ ਕੀਤੀ ਜਾਵੇ ਤਾਂ ਮੁਸ਼ਕਿਲ ਹੋ ਰਿਹਾ। ਬਿਲਕੁਲ ਤਰ੍ਹਾਂ ਜੀ, ਅੱਜ ਦੀ ਤਰੀਕ ਦੇ ਵਿੱਚ ਟਰੱਕਿੰਗ ਕਿਹਾ ਜਾ ਰਿਹਾ ਕਿ ਥੋੜਾ ਜਿਹਾ ਸਲੋ ਹੋਇਆ ਹੈ ਐਂਡ ਬਹੁਤ ਸਾਰੇ ਜਿਹੜੇ ਲੋਕੀ ਰੈਗੂਲਰ ਜਿਹਨਾਂ ਨੂੰ 5 ਦਿਨ ਜਾਂ 7 ਦਿਨ ਕੰਮ ਮਿਲ ਰਿਹਾ ਸੀਗਾ ਉਹ ਹੁਣ ਹਫਤੇ ਦੇ ਵਿੱਚ 2 ਜਾਂ 3 ਦਿਨ ਹੀ ਕੰਮ ਕਰ ਪਾ ਰਹੇ ਨੇ ਬਿਕੋਜ਼ ਟਰੱਕਿੰਗ ਦੀਆਂ ਜੌਬਸ ਸਲੋ ਹੋਈਆਂ। ਸੋ ਬਾਕੀ ਸਟਰੀਮਸ ਦੇ ਵਿੱਚ ਇੱਕ ਵਾਰੀ ਤੁਸੀਂ ਇੰਨੇ ਪੈਸੇ ਬਣਾਉਣੇ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਕਿਸੇ ਹੋਰ ਜੌਬ ਤੁਸੀਂ ਕਰਨਾ ਨਹੀਂ ਚਾਹੁੰਦੇ। ਸੋ ਓਪਰਚੁਨਿਟੀਜ਼ ਤਾਂ ਹੈਗੀਆਂ ਬਟ ਉਹਨੇ ਪੈਸੇ ਨਹੀਂ ਬਣਨੇ ਐਂਡ ਐਕਸਪੈਂਸਿਸ ਜਿਸ ਤਰ੍ਹਾਂ ਦੇ ਹੋਏ ਨੇ ਤਾਂ ਤੁਸੀਂ ਉਸ ਤਰ੍ਹਾਂ ਦੀ ਓਪਰਚੁਨਿਟੀ ਲੱਭਦੇ ਹੈਗੇ ਹੋ। ਅੱਜ ਦੀ ਤਰੀਕ ਦੇ ਵਿੱਚ ਐਬਸੋਲੂਟਲੀ ਤੁਸੀਂ ਠੀਕ ਹੈ ਜੀ, ਸੈਸਕੈਚੁਆਨ ਦੇ ਵਿੱਚ ਟਰੱਕਿੰਗ ਦੀਆਂ ਜੌਬਸ ਦੀਆਂ ਕਾਫੀ ਓਪਨਿੰਗਸ ਹੈਗੀਆਂ ਐਂਡ ਹਾਈ ਪਰ ਕੈਪੀਟਾ ਉਹਨਾਂ ਦੀ ਇਨਕਮ ਜਿਹੜੀ ਹੈਗੀ ਵਨ ਆਫ ਦਾ ਹਾਈਐਸਟ ਹੈਗੀ ਹੈ। ਬਟ ਇੰਟਰਨੈਸ਼ਨਲ ਸਟੂਡੈਂਟਸ ਐਂਡ ਜੋ ਕੋਈ ਵਿਜ਼ਿਟਰ ਤੇ ਆਇਆ ਹੋਇਆ ਕੱਲਾ ਟਰੱਕਿੰਗ ਦੀ ਜੌਬ ਦੇ ਉੱਤੇ ਨਾ ਸੋਚੋ, ਸੋਚੋ ਕਿ ਮੇਰੀ ਪੀਆਰ ਕਿਸ ਤਰ੍ਹਾਂ ਹੋ ਸਕਦੀ ਹੈ। ਪੀਆਰ ਤੋਂ ਬਾਅਦ ਤੁਸੀਂ ਟਰੱਕਿੰਗ ਦੇ ਵਿੱਚ ਜਾਣਾ, ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ, ਆਪਣਾ ਟਰੱਕ ਪਾਉਣਾ ਹੈ, ਵਾਟ ਐਵਰ ਯੂ ਨੀਡ ਟੂ ਡੂ ਇਟ ਆਫਟਰਵਰਡਸ। ਬਟ ਪਹਿਲੇ ਆਪਣਾ ਕਹਿੰਦੇ ਆ ਗਰਾਊਂਡ ਜਿਹੜਾ ਉਹ ਆਪਣੀ ਪਕੜ ਮਜ਼ਬੂਤ ਕਰੋ। ਉਹਦਾ ਮਤਲਬ ਹੈਗਾ ਕਿ ਤੁਹਾਡੇ ਕੋਲ ਪੀਆਰ ਹੋਏਗੀ ਤੇ ਯੂ ਕੈਨ ਡੂ ਐਨੀਥਿੰਗ। ਜਿਵੇਂ ਤੁਸੀਂ ਜੌਬ ਓਪਰਚੁਨਿਟੀਜ਼ ਦੀ ਗੱਲ ਕੀਤੀ ਹੈ ਸਰ, ਜੇਕਰ ਕੋਈ ਸਟੂਡੈਂਟ ਇਸ ਵਕਤ ਤੁਹਾਨੂੰ ਦੇਖ ਰਿਹਾ ਜਾਂ ਕੋਈ ਵਿਜ਼ਿਟਰ ਇੱਥੇ ਆਇਆ ਹੋਇਆ ਵਾ ਉਹ ਦੇਖ ਰਿਹਾ ਤੇ ਕੋਈ ਪ੍ਰੋਫਾਈਲ ਮੈਚ ਕਰ ਰਹੀ ਆ ਤਾਂ ਕੀ ਪ੍ਰੋਵਿੰਸ ਤੋਂ ਬਾਹਰ ਉਹਨਾਂ ਨੂੰ ਮੂਵ ਕਰਨਾ ਜਾਂ ਉਹਨਾਂ ਦੇ ਅੱਗੇ ਪੀਆਰ ਤੱਕ ਦਾ ਰਾਸਤਾ ਜ਼ਿਆਦਾ ਬੈਟਰ ਹੋ ਸਕਦਾ? ਤਰਨ ਜੀ, ਮੂਵਿੰਗ ਆਊਟ ਆਫ ਓਨਟਾਰੀਓ ਇਜ਼ ਅ ਬੈਟਰ ਆਪਸ਼ਨ ਐਂਡ 100%। ਸਾਡੇ ਕੋਲ ਈਵਨ ਇਸ ਟਾਈਮ ਤੇ ਰੈਸਟੋਰੈਂਟ ਦੀਆਂ ਬਹੁਤ ਸਾਰੀਆਂ ਜੌਬਸ ਆਈਆਂ ਐਂਡ ਥੀਸ ਆਰ ਆਲ ਕੁਆਲੀਫਾਈਡ EMPLOYERS ਜਿਹਦੇ ਕੋਲ ਜਿਹਦੀ ਫਰੈਂਚਾਈਜ਼ੀ ਦਾ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੈਗਾ ਐਜ਼ ਅ ਸੁਪਰਵਾਈਜ਼ਰ, ਐਜ਼ ਅ ਕੁੱਕ, ਤੇ ਅਸੀਂ ਉਹਨਾਂ ਨੂੰ ਪਲੇਸ ਕਰ ਸਕਦੇ ਹਾਂ ਅਲਬਰਟਾ ਦੇ ਵਿੱਚ। ਐਂਡ ਕੁਆਲੀਫਾਈਡ EMPLOYER 1 ਸਾਲ ਬਾਅਦ PNP ਇਸ਼ੂ ਕਰਵਾਉਣਗੇ ਉਹਨਾਂ ਵਾਸਤੇ, ਐਪਲੀਕੈਂਟ ਵਾਸਤੇ। ਸੋ ਜਿੰਨੇ ਵੀ ਇਸ ਟਾਈਮ ਤੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਦੇ ਸ਼ੁੱਡ ਬੀ ਮੂਵਿੰਗ ਆਊਟ ਆਫ ਓਨਟਾਰੀਓ ਔਰ ਗ੍ਰੇਟਰ ਵੈਂਕੂਵਰ ਏਰੀਆ। ਐਂਡ ਜੇ ਵਿਜ਼ਿਟਰ ਆਏ ਹੋਏ ਹੋ ਲੁਕਿੰਗ ਫॉर ਓਪਰਚੁਨਿਟੀ ਟੂ ਸੈਟਲ ਡਾਊਨ, ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਐਂਡ ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਸੁਜੈਸਟ ਯੂ ਕਿ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ। ਜੀ, ਸਾਨੂੰ ਕੁਝ ਦਰਸ਼ਕ ਜਿਹੜੇ ਆ ਉਹ ਕੇਅਰ ਗਿਵਰ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ ਕਿ ਕੇਅਰ ਗਿਵਰ ਦੀਆਂ ਐਪਲੀਕੇਸ਼ਨਸ ਦੇ ਉੱਤੇ ਕੀ ਪ੍ਰੋਸੈਸਿੰਗ ਚੱਲ ਰਹੀ ਹੈ? ਤਰਨ ਜੀ, ਹਾਲੇ 2020 ਦੀਆਂ ਐਪਲੀਕੇਸ਼ਨ ਪ੍ਰੋਸੈਸ ਹੋ ਰਹੀਆਂ ਐਂਡ ਹੋਪਫੁਲੀ ਇਨ ਕਮਿੰਗ ਫਿਊ ਮੰਥਸ ਐਜ਼ ਬੈਕਲੌਗ ਵੀ ਖਤਮ ਹੋ ਜਾਏਗਾ। ਜੀ, ਸੋ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਅਖੀਰ 'ਚ ਕੀ ਕਹਿਣਾ ਚਾਹੁੰਦੇ? ਇੱਕੋ ਹੀ ਚੀਜ਼ ਕਹਿਣਾ ਚਾਹਾਂਗੇ ਜੀ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਉਹਨਾਂ ਕੰਸਲਟੈਂਟਸ ਨਾਲ ਹੀ ਡੀਲ ਕਰੋ ਜਿਹੜੇ ਰੈਗੂਲੇਟਡ ਹੈਗੇ ਨੇ, ਜਿਹੜੇ CCIC ਦੇ ਮੈਂਬਰਸ ਹੈਗੇ ਨੇ ਜਾਂ ਲਾਅ ਸੁਸਾਇਟੀ ਦੇ ਮੈਂਬਰਸ ਹੈਗੇ ਨੇ, ਤਾਂ ਕਿ ਤੁਹਾਨੂੰ ਆਥੈਂਟਿਕ ਇਨਫੋਰਮੇਸ਼ਨ ਮਿਲੇ। ਐਂਡ ICC ਇਮੀਗ੍ਰੇਸ਼ਨ ਦੇ ਸਾਨੂੰ 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆਂ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸੁਣ ਰਹੇ ਨੇ, ਜੇ ਤੁਸੀਂ PR ਬਾਰੇ ਕੋਈ ਕੁਐਰੀ ਹੈਗੀ ਹੈ, EAP ਦੇ ਵਿੱਚ ਹੈਲਪ ਚਾਹੀਦੀ ਹੈ, PNP ਦੇ ਵਿੱਚ ਹੈਲਪ ਚਾਹੀਦੀ ਹੈ ਜਾਂ LMIA ਦੇ ਵਿੱਚ ਹੈਲਪ ਚਾਹੀਦੀ, ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਟੀਮ ਨਾਲ ਜ਼ਰੂਰ ਸੰਪਰਕ ਕਰੋ। ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੋਏਗੀ ਦੱਸਾਂਗੇ, ਜਿਹੜੀ ਚੀਜ਼ ਨਹੀਂ ਹੋਗੀ ਉਹ ਵੀ ਦੱਸਾਂਗੇ। ਸੋ ਨੰਬਰ ਸਾਡਾ ਹੈਗਾ 905-461-2424 905-461-2424। WhatsApp ਨੰਬਰ ਸਾਡਾ ਹੈਗਾ 647-850-9000 647-850-9000 ਐਂਡ ਈਮੇਲ ਆਈਡੀ ਹੈਗਾ info@iccimmigration.ca। ਜੀ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ। ਥੈਂਕ ਯੂ ਤਰਨਜੀਤ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ। ਸਾਨੂੰ ਕੁਝ ਸੋਸ਼ਲ ਮੀਡੀਆ ਤੇ ਦਰਸ਼ਕ ਸਾਨੂੰ ਕਾਲ ਕਰਦੇ ਨੇ ਕਿ ਅਸੀਂ ਇਸ ਟੌਪਿਕ ਤੇ ਰਿਗਾਰਡਿੰਗ ਗੱਲ ਕਰ ਸਕਦੇ ਹਾਂ, ਸਵਾਲ ਪੁੱਛ ਸਕਦੇ ਹਾਂ। ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਦਾ ਕੋਈ ਵੀ ਸਵਾਲ ਸਾਨੂੰ ਪੁੱਛ ਸਕਦੇ ਹੋ। ਸਾਡਾ ਕੋਈ ਵੀ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹੋਈਏ, ਤੁਹਾਡਾ ਕੋਈ ਵੀ ਸਵਾਲ ਹੈਗਾ, ਤੁਹਾਡਾ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਵੀ ਸਵਾਲ ਹੈਗਾ, ਸਾਨੂੰ ਕਿਸੇ ਵੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤੁਸੀਂ ਇਨਕੁਆਇਰੀ ਦੇ ਲਈ ਤੁਸੀਂ ICC ਇਮੀਗ੍ਰੇਸ਼ਨ ਨੂੰ ਹੁਣ ਕੰਟੈਕਟ ਕਰ ਸਕਦੇ ਹੋ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।